ਜੀਤ ਕੌਰ ਟੀਵੀ YouTube ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਬਿਲਕੁਲ ਰਾਜੀ ਖੁਸ਼ੀ ਹੋਵੋਗੇ। ਤੁਹਾਡੀ ਤੰਦਰੁਸਤੀ ਦੀ ਮੈਂ ਕਾਮਨਾ ਕਰਦੀ ਹਾਂ। ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਇਸ ਚੀਜ਼ ਦੀ ਮੈਨੂੰ ਇੱਕ ਡਾਊਟ ਆਇਆ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਤੱਕ 5 ਜਨਵਰੀ ਨੂੰ ਹੀ ਗੁਰੂ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਸੀ। 10ਵੇਂ ਪਾਤਸ਼ਾਹ ਜੀ ਦੇ ਜਨਮ ਦਿਹਾੜਾ ਜਦੋਂ 20 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਤਾਂ ਇੱਕ ਅਜੀਬ ਜੀ ਗੱਲ ਹੈ ਔਰ ਇਹ ਇੱਕ ਸੋਚ ਹੈ। ਤਾਂ ਮੈਂ ਚਾਹੁੰਦੀ ਹਾਂ ਕਿ ਅੱਜ ਅਸੀਂ ਝਾਤੀ ਮਾਰੀਏ ਆਪਣੇ ਅਕਸ 'ਤੇ, ਆਪਣੇ ਪਾਸਟ 'ਤੇ, ਆਪਣੀ ਉਹ ਹਿਸਟਰੀ 'ਤੇ ਜੋ ਅਸੀਂ ਕਿਤਾਬਾਂ ਦੇ ਵਿੱਚ ਸਕੂਲ ਦੇ ਵਿੱਚ ਪੜ੍ਹੀ ਹੈ। ਤਾਂ ਇੱਕ ਛੋਟੀ ਜਿਹੀ ਡਿਸਕਸ਼ਨ ਮੈਂ ਤੁਹਾਡੇ ਸਾਰਿਆਂ ਨਾਲ ਕਰਨਾ ਚਾਹੁੰਦੀ ਹਾਂ ਐਂਡ ਇਨਫੋਰਮੇਸ਼ਨ ਵੀ ਤੁਹਾਡੇ ਕੋਲੋਂ ਲੈਣਾ ਚਾਹੁੰਦੀ ਹਾਂ ਤਾਂ ਕਿ ਅਸੀਂ ਇੱਕ ਹੈਲਦੀ ਡਿਸਕਸ਼ਨ ਕਰ ਸਕੀਏ। ਤਾਂ ਗੱਲ ਉਦੋਂ ਦੀ ਹੈ ਜਦੋਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਛੂਤ ਸੀਗੀ, ਜਾਤ ਪਾਤ ਦਾ, ਊਚ ਨੀਚ ਦਾ ਬਹੁਤ ਹੀ ਜ਼ਿਆਦਾ ਬੋਲਬਾਲਾ ਸੀਗਾ ਔਰ ਉਸੇ ਟਾਈਮ ਸਾਡੇ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ 1469 ਈਸਵੀ ਦੇ ਵਿੱਚ। ਐਂਡ ਸੇਮ ਟਾਈਮ ਜਿਸ ਟਾਈਮ ਸਿੱਖੀ ਦੀ ਲੀਹ ਚੱਲਦੀ ਹੈ, ਸਿੱਖੀ ਦੀ ਸੋਚ ਅੱਗੇ ਆਉਂਦੀ ਹੈ, ਉਸ ਟਾਈਮ 1500 ਈਸਵੀ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਸਿੱਖੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਇੱਕ ਨਵੀਂ ਸੋਚ ਦੀ, ਉਹ ਬਹੁਤ ਹੀ ਵੱਡੀ ਇੱਕ ਕ੍ਰਾਂਤੀ ਸੀਗੀ, ਹੋ ਸਕਦੀ ਹੈ ਉਸ ਟਾਈਮ, ਕਿਉਂਕਿ ਉਹ ਟਾਈਮ ਤੁਹਾਨੂੰ ਕੋਈ ਰਾਈਟ ਹੀ ਨਹੀਂ ਸੀਗਾ। ਉੱਥੇ ਉੱਚੀ ਜਾਤ ਵਾਲਿਆਂ ਦਾ ਹੀ ਪ੍ਰੈਸ਼ਰ ਸੀਗਾ ਅਤੇ ਗੁਰੂ ਜੀ ਖੁਦ ਵੀ ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਔਰ ਸਾਰਿਆਂ ਨੂੰ ਇੱਕ ਇਨਸਾਨ ਹੋਣ ਦਾ ਔਰ ਪਰਮਾਤਮਾ ਦੇ ਇੱਕ ਹੋਣ ਦਾ ਜਦੋਂ ਉਹਨਾਂ ਨੇ ਸੰਦੇਸ਼ ਦਿੱਤਾ ਤਾਂ ਉਹਨਾਂ ਦਾ ਕਿੰਨਾ ਜ਼ਿਆਦਾ ਵਿਰੋਧ ਹੋਇਆ ਹੋਵੇਗਾ ਅਸੀਂ ਇਸ ਚੀਜ਼ ਨੂੰ ਫੀਲ ਕਰ ਸਕਦੇ ਹਾਂ। ਐਂਡ ਉਸ ਤੋਂ ਵੀ ਖਤਰਨਾਕ ਚੀਜ਼ ਉਸ ਟਾਈਮ ਇਹ ਹੋਈ ਕਿ ਜਿਸ ਤਰ੍ਹਾਂ ਬਾਕੀ ਲੋਕ ਇੰਡੀਆ 'ਤੇ ਆਕਰਮਣ ਕਰਦੇ ਹੁੰਦੇ ਸੀ, ਉਸੇ ਟਾਈਮ ਮੁਗਲਾਂ ਦੀ ਐਂਟਰੀ ਵੀ ਹੋਈ ਜਿਸ ਟਾਈਮ ਸਾਡੇ ਪਾਤਸ਼ਾਹ ਪਹਿਲੇ ਪਾਤਸ਼ਾਹ ਦੀ ਐਂਟਰੀ ਇਸ ਦੁਨੀਆ ਦੇ ਵਿੱਚ ਹੋਈ। ਅਤੇ ਚੰਗੇਜ਼ ਖਾਨ ਐਂਡ ਤੈਮੂਰ ਨੇ 1526 ਈਸਵੀ ਤੋਂ ਲੈ ਕੇ 1530 ਈਸਵੀ ਤੱਕ ਭਾਰਤ ਨੂੰ ਲੁੱਟਿਆ ਅਤੇ 1526 ਤੋਂ ਬਾਅਦ ਜਦੋਂ ਬਾਬਰ ਨੇ ਇੰਡੀਆ ਦੇ ਵਿੱਚ ਆਪਣਾ ਆਕਰਮਣ ਕੀਤਾ ਤਾਂ ਉਹ 1530 ਈਸਵੀ ਤੱਕ ਬਿਲਕੁਲ ਇਸਟੈਬਲਿਸ਼ ਹੋ ਚੁੱਕਿਆ ਸੀਗਾ ਮੁਗਲ ਐਮਪਾਇਰ ਇੰਡੀਆ ਦੇ ਵਿੱਚ। ਤਾਂ ਤੁਸੀਂ ਇੱਕ ਚੀਜ਼ ਮੰਨ ਸਕਦੇ ਹੋ ਕਿ ਇੱਕ ਹਿੰਦੂ ਧਰਮ ਸੀਗਾ ਜਿੱਥੇ ਉੱਥੇ ਇੱਕ ਨਵੇਂ ਧਰਮ ਦੀ ਇੱਕ ਫੋਰਸਫੁਲ ਐਂਟਰੀ ਹੋ ਰਹੀ ਸੀਗੀ ਜੋ ਬਿਲਕੁਲ ਨਵਾਂ ਸੀ ਔਰ ਜੋ ਸਿਰਫ ਲੁੱਟ ਪਾਟ ਦੇ ਇਰਾਦੇ ਨਾਲ ਆਇਆ ਸੀਗਾ। ਜਦੋਂ ਮੁਗਲਾਂ ਨੂੰ ਇਹ ਪਤਾ ਲੱਗਿਆ ਕਿ ਹਿੰਦੂ ਰਾਜਾਵਾਂ ਦੇ ਆਪਸ ਵਿੱਚ ਬਣਦੀ ਨਹੀਂ, ਇੱਥੇ ਆਪਸੀ ਫੁੱਟ ਬਹੁਤ ਜ਼ਿਆਦਾ ਹੈ ਅਤੇ ਇਹਦਾ ਫਾਇਦਾ ਚੱਕਿਆ ਜਾ ਸਕਦਾ ਹੈ, ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਹੀ ਇਸਟੈਬਲਿਸ਼ ਹੋਵਾਂਗੇ ਕਿਉਂਕਿ ਇੱਕ ਕਾਨੂੰਨ ਦਾ ਇੱਕ ਇਨਸਾਨੀਅਤ ਦੀ ਫਿਤਰਤ ਹੈ ਕਿ ਜਿੱਥੇ ਯੂਨਿਟੀ ਨਹੀਂ ਹੁੰਦੀ, ਜਿੱਥੇ ਟੁੱਟ ਭੱਜ ਹੋਈ ਹੁੰਦੀ ਹੈ, ਉੱਥੇ ਤੀਸਰਾ ਬੰਦਾ ਐਂਟਰੀ ਕਰ ਜਾਂਦਾ ਹੈ। ਤਾਂ ਮੁਗਲਾਂ ਦੀ ਵੀ ਐਂਟਰੀ ਹੋ ਗਈ ਔਰ ਉਸੇ ਟਾਈਮ ਸਾਡੇ ਸਿੱਖ ਧਰਮ ਦੀ ਵੀ ਐਂਟਰੀ ਹੋਈ। ਤਾਂ ਮੁਗਲਾਂ ਦੇ ਬਾਬਰ ਤੋਂ ਲੈ ਕੇ ਸ਼ਾਹਜਹਾਂ ਤੱਕ, ਜਹਾਂਗੀਰ ਤੱਕ, ਜਦੋਂ ਸਾਡੇ ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਹੋਏ ਹੈ, ਜਿਸ ਟਾਈਮ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਹੀ ਫੋਰਸ ਨਾਲ ਫੈਲ ਰਹੀ ਸੀ, ਉਹਨਾਂ ਦੀ ਵਿਚਾਰਧਾਰਾ ਭਾਰਤ ਦੇ ਵਿੱਚ ਬਹੁਤ ਹੀ ਗੂੜਾ ਰੰਗ ਲੈ ਰਹੀ ਸੀ ਔਰ ਉਹਨਾਂ ਦੀ ਸੋਚ ਨੂੰ ਬਹੁਤ ਹੀ ਮਤਲਬ ਕਿ ਸਰਾਹਿਆ ਜਾ ਰਿਹਾ ਸੀ। ਲੋਕ ਬਹੁਤ ਹੀ ਡੈਸਪਰੇਟਲੀ ਉਹਨਾਂ ਨੂੰ ਫੋਲੋ ਕਰਨਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਇੱਕ ਬਾਣੀ ਦਿੱਤੀ ਸੀਗੀ, ਇੱਕ ਜਗ੍ਹਾ ਦਿੱਤੀ ਸੀਗੀ, ਉਹਨਾਂ ਨੂੰ ਸਮਾਨਤਾ ਦਿੱਤੀ ਸੀਗੀ। ਐਂਡ ਜਦੋਂ ਗੁਰੂ ਅਰਜਨ ਦੇਵ ਜੀ ਉਸ ਬਾਣੀ ਦਾ ਸੰਗ੍ਰਹਿ ਕਰਕੇ ਗ੍ਰੰਥ ਦੀ ਰਚਨਾ ਕਰ ਰਹੇ ਸੀ ਤਾਂ ਉਸੇ ਟਾਈਮ ਕੁਛ ਉਹਨਾਂ ਦੇ ਸ਼ਰੀਕਾਂ ਨੇ ਔਰ ਕੁਛ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਹੀ ਜੋ ਓਪੋਜ਼ਿਟ ਵਿਚਾਰਧਾਰਾ ਵਾਲੇ ਲੋਕ ਸੀ ਔਰ ਉਹ ਲੋਕ ਜਿਨ੍ਹਾਂ ਦੇ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਕਰਨ ਤੋਂ ਮਨਾ ਕਰ ਦਿੱਤਾ ਗਿਆ, ਤਾਂ ਉਹਨਾਂ ਸਾਰਿਆਂ ਨੇ ਜਹਾਂਗੀਰ ਦੇ ਕੋਲ ਜਾ ਕੇ ਗੁਰੂ ਜੀ ਦੀ ਸ਼ਿਕਾਇਤ ਕੀਤੀ ਔਰ ਉਹਨਾਂ ਨੂੰ ਦੇਸ਼ ਵਿਦਰੋਹੀ ਜਾਂ ਫਿਰ ਮੁਗਲ ਐਮਪਾਇਰ ਨੂੰ ਬਹੁਤ ਹੀ ਵੱਡਾ ਇੱਕ ਕੀ ਕਹਿੰਦੇ ਨੇ ਇੱਕ ਸਾਜ਼ਿਸ਼ ਸਮਝੀ ਕਿ ਇਹਨਾਂ ਨੂੰ ਤੋੜ ਸਕਦੇ ਨੇ, ਕਿ ਮੁਗਲ ਐਮਪਾਇਰ ਨੂੰ ਇੱਕ ਬਹੁਤ ਵੱਡਾ ਚੈਲੰਜ ਲੱਗਿਆ ਗੁਰੂ ਅਰਜਨ ਦੇਵ ਜੀ ਉਸ ਟਾਈਮ ਔਰ ਉਹ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਸਿੱਖ 'ਤੇ ਜੋ ਆਪਾਂ ਆਪਣੇ ਗ੍ਰੰਥ ਦੀ ਸਥਾਪਨਾ ਕਰ ਰਹੇ ਸੀ ਸਾਡੇ ਗੁਰੂ ਸਾਹਿਬ, ਤਾਂ ਉਹਨਾਂ ਨੂੰ ਬਹੁਤ ਹੀ ਵੱਡੀ ਥ੍ਰੈਟ ਲੱਗੀ ਮੁਗਲਾਂ ਨੂੰ। ਇਸ ਤਰ੍ਹਾਂ ਉਹਨਾਂ ਦੇ ਕੰਨ ਭਰੇ ਗਏ ਜਹਾਂਗੀਰ ਦੇ ਔਰ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਤਸੀਹੇ ਨਾਲ ਜਿਹੜੀ ਹੈ ਗੁਰੂ ਜੀ ਨੇ ਸ਼ਹਾਦਤ ਲਿੱਤੀ ਹੈ। ਤਾਂ ਉਸੇ ਟਾਈਮ ਹੀ ਸ਼ਹਾਦਤਾਂ ਦਾ
ਸਿਲਸਿਲਾ ਸ਼ੁਰੂ ਹੋਇਆ ਔਰ ਉਸੇ ਟਾਈਮ ਹੀ ਇੱਕ ਹੋਰ ਕ੍ਰਾਂਤੀ ਹੋਈ ਬਹੁਤ ਵੱਡੀ, ਜਿਸ ਵਿੱਚ ਇਹ ਚੀਜ਼ ਐਕਸੈਪਟ ਕੀਤੀ ਗਈ ਕਿ ਅਗਰ ਅਸੀਂ ਸੰਤ ਹੀ ਰਹੇ ਤਾਂ ਸਾਨੂੰ ਇੱਦਾਂ ਦੀਆਂ ਸ਼ਹਾਦਤਾਂ ਦੇਣੀਆਂ ਪੈਣਗੀਆਂ, ਤਾਂ ਸਾਨੂੰ ਆਪਣੀ ਰੱਖਿਆ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਅਸੀਂ ਵੀ ਇੱਕ ਛਤਰੀ ਧਰਮ ਨੂੰ ਅਪਣਾਈਏ, ਮਤਲਬ ਕਿ ਇੱਕ ਵਾਰੀਅਰ ਬਣੀਏ, ਤਾਂ ਕਿ ਸਾਡੇ ਉੱਪਰ ਹੋਣ ਵਾਲੇ ਜ਼ੁਲਮਾਂ ਨੂੰ ਰੋਕ ਸਕੀਏ। ਜ਼ੁਲਮ ਕਰਨ ਵਾਲਾ ਅਗਰ ਗੁਨਹਗਾਰ ਹੁੰਦਾ ਹੈ, ਤੇ ਜ਼ੁਲਮ ਸਹਿਣ ਕਰਨ ਵਾਲਾ ਵੀ ਇੱਕ ਬਹੁਤ ਵੱਡਾ ਗੁਨਹਗਾਰ ਹੁੰਦਾ ਹੈ। ਤਾਂ ਉਸ ਜ਼ੁਲਮ ਦੇ ਖਿਲਾਫ, ਇੱਕ ਸਮਰਾਟ ਦੇ ਖਿਲਾਫ, ਇੱਕ ਹਕੂਮਤ ਦੇ ਖਿਲਾਫ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਇੱਕ ਆਵਾਜ਼ ਚੱਕੀ ਸੀ, ਔਰ ਉਸੇ ਆਵਾਜ਼ ਦੇ ਹੁੰਦੇ ਹੋਏ ਜਦੋਂ ਅਸੀਂ ਆਪਣੇ 9ਵੀਂ ਪਾਤਸ਼ਾਹੀ ਤੱਕ ਪਹੁੰਚਦੇ ਹਾਂ, ਤਾਂ ਉਸ ਟਾਈਮ ਮੁਗਲ ਅੰਪਾਇਰ ਔਰੰਗਜ਼ੇਬ ਦਾ ਜਿਹੜਾ ਆਤੰਕ ਸੀਗਾ, ਉਹ ਬਹੁਤ ਹੀ ਜ਼ੁਲਮੀ ਰਾਜਾ ਸੀਗਾ। ਉਸ ਟਾਈਮ ਉਹ ਇੱਕ ਮਤਲਬ ਕਿ ਅਗਰ ਮੈਂ ਪੁਰਾਣੀ ਜ਼ਿਆਦਾ ਹਿਸਟਰੀ 'ਚ ਜਾਣਾ ਨਹੀਂ ਚਾਹੁੰਦੀ ਕਿ ਉਹ ਆਪਣੇ ਲੋਕਾਂ ਲਈ ਵੀ ਖਤਰਨਾਕ ਸੀਗਾ, ਤਾਂ ਭਾਰਤ ਦੇ ਜਿਹੜੇ ਹਿੰਦੂ ਲੋਕ ਸੀਗੇ ਉਹਨਾਂ ਲਈ ਵੀ ਉਹ ਖਤਰਾ ਸੀਗਾ, ਕਿਉਂਕਿ ਉਹਦਾ ਇੱਕ ਹੀ ਮਕਸਦ ਸੀ ਕਿ ਪੂਰਾ ਜਿੱਥੇ ਤੱਕ ਵੀ ਨਜ਼ਰ ਆਏ ਇਸਲਾਮ ਉਹਨੂੰ ਦਿਖਣਾ ਚਾਹੀਦਾ ਹੈ। ਔਰ ਉਸ ਚੀਜ਼ ਨੂੰ ਪ੍ਰੈਸ਼ਰਾਈਜ਼ ਕਰਨ ਲਈ ਉਹਨੇ ਇੱਦਾਂ ਦੇ ਬਹੁਤ ਸਾਰੇ ਟੈਕਸ ਲਾਏ ਹੋਏ ਸੀ, ਜਿੱਦਾਂ ਕਿ ਜਜ਼ੀਆ ਟੈਕਸ, ਜਿਹਦੇ ਵਿੱਚ ਨੌਨ ਮੁਸਲਿਮ ਲੋਕਾਂ ਨੂੰ ਆਪਣੀ ਖੇਤੀਬਾੜੀ 'ਤੇ ਟੈਕਸ ਦੇਣੇ ਪੈਂਦੇ ਸੀਗੇ, ਬਹੁਤ ਜ਼ਿਆਦਾ ਟੈਕਸ ਸੀਗੇ। ਔਰ ਉਹ ਟੈਕਸ ਅਗਰ ਨਹੀਂ ਦੇ ਸਕਦੇ ਸੀ, ਅਗਰ ਫਸਲ ਮਾਰੀ ਗਈ ਜਾਂ ਫਸਲ ਨਹੀਂ ਹੈ, ਤਾਂ ਉਹਨਾਂ ਨੂੰ ਬਹੁਤ ਹੀ ਟਾਈਪ ਦੇ ਟੌਰਚਰ ਕੀਤੇ ਜਾਂਦੇ ਸੀ, ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ ਗਰਮ ਸਿੱਖਾਂ ਦੇ ਨਾਲ, ਔਰ ਬਹੁਤ ਹੀ ਜ਼ਿਆਦਾ ਮਤਲਬ ਕਿ ਇੰਨੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਸੀ ਕਿ ਉਸ ਤੋਂ ਸਹਿਣ ਕਰਨ ਤੋਂ ਬੈਟਰ ਮਰਨਾ ਸੀਗਾ ਉਸ ਟਾਈਮ। ਜਿਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ 1666 ਈਸਵੀ ਦੇ ਵਿੱਚ, ਉਸ ਟਾਈਮ ਔਰੰਗਜ਼ੇਬ ਦਾ ਕਹਿਰ, ਮੁਗਲਾਂ ਦਾ ਕਹਿਰ ਇੱਕ ਪੀਕ ਤੇ ਪਹੁੰਚ ਚੁੱਕਿਆ ਸੀਗਾ, ਜਿਹਨੂੰ ਕਿ ਰੋਕਣਾ ਬਹੁਤ ਜ਼ਰੂਰੀ ਸੀਗਾ। ਔਰ ਉਸ ਤੋਂ ਇਲਾਵਾ ਇੱਕ ਚੀਜ਼ ਹੁੰਦੀ ਹੈ ਕਿ ਜੋ ਅਸੀਂ ਜਨਮ ਲੈਂਦੇ ਹਾਂ ਜਿਸ ਜਗ੍ਹਾ 'ਚ, ਜਿਸ ਧਰਮ 'ਚ, ਅਗਰ ਉਸ ਨੂੰ ਵੀ ਕੋਈ ਚੈਲੰਜ ਕਰਦਾ ਹੈ ਤਾਂ ਉਸ ਤੋਂ ਵੱਡੀ ਇਨਸਲਟ ਇਨਸਾਨ ਲਈ ਕੋਈ ਨਹੀਂ ਹੁੰਦੀ। ਔਰ ਉਸ ਲਈ ਅਗਰ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਜਾਂ ਰੂਲਰ ਹੈ, ਅਗਰ ਤੁਹਾਡੀ ਫੈਮਲੀਜ਼ ਨੂੰ, ਤੁਹਾਡੇ ਘਰ ਦੀਆਂ ਔਰਤਾਂ ਜਿੱਥੇ ਸੁਰੱਖਿਅਤ ਨਹੀਂ, ਜਿਹਨੂੰ ਮਰਜ਼ੀ ਚੁੱਕ ਕੇ ਲੈ ਜਾਂਦੇ ਸੀਗੇ ਮੁਗਲ ਸਿਪਾਹੀ, ਔਰ ਇੱਦਾਂ ਦੇ ਟੈਕਸ ਸੀਗੇ ਕਿ ਤੁਹਾਨੂੰ ਸਿਰਫ ਲੁੱਟਿਆ ਹੀ ਜਾ ਰਿਹਾ ਸੀ, ਹਰ ਤਰਫ ਤੋਂ ਤੁਸੀਂ ਖਾਲੀ ਸੀ, ਤੁਹਾਡਾ ਜ਼ਮੀਰ ਮਰ ਚੁੱਕਿਆ ਸੀਗਾ, ਔਰ ਇੰਨੇ ਕਮਜ਼ੋਰ ਹੋ ਚੁੱਕੇ ਸੀ ਲੋਕ ਕਿ ਸਿਰਫ ਸਹਿਣ ਕਰਨ ਤੋਂ ਇਲਾਵਾ ਔਰ ਮੁਸਲਿਮ ਬਣਨ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਜ਼ਰੀਆ ਨਹੀਂ ਸੀ। ਤਾਂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਪਹਿਲਾਂ ਇਸਲਾਮ ਧਰਮ ਨਹੀਂ ਸੀਗਾ। ਮੁਗਲਾਂ ਦੇ ਐਂਟਰੀ ਦੇ ਬਾਅਦ 'ਚ, ਇਸਟੈਬਲਿਸ਼ਮੈਂਟ ਦੇ ਬਾਅਦ 'ਚ, ਉਹਨਾਂ ਦੇ ਤਸੀਹਿਆਂ ਦੇ ਬਾਅਦ 'ਚ ਹੀ ਲੋਕਾਂ ਨੇ ਐਕਸੈਪਟੈਂਸ ਕੀਤੀ ਇਸਲਾਮ ਨੂੰ ਅਪਣਾਉਣ ਦੀ। ਔਰ ਇਸੇ ਤਰ੍ਹਾਂ ਕਿ ਜਦੋਂ ਬ੍ਰਿਟਿਸ਼ ਰੂਲ ਇੰਡੀਆ 'ਚ ਆਇਆ ਤਾਂ ਉਹਨਾਂ ਦੇ ਵੀ ਤਸੀਹੇ ਇਸੇ ਟਾਈਪ ਦੇ ਸੀਗੇ, ਟੌਰਚਰਿੰਗ, ਔਰ ਆਪਣੀ ਫੈਸਿਲਿਟੀਜ਼ ਨੂੰ ਔਰ ਆਪਣੀ ਜਾਨ ਦੀ ਰੱਖਿਆ ਕਰਨ ਲਈ ਔਰ ਜੋ ਵੀ ਕਰਨ ਲਈ ਉਸ ਟਾਈਮ ਕ੍ਰਿਸਚੈਨਿਟੀ ਇੰਡੀਆ 'ਚ ਆਈ। ਤਾਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ, ਜਦੋਂ 1666 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਔਰ ਜਦੋਂ ਔਰੰਗਜ਼ੇਬ ਨੇ ਬਾਈ ਫੋਰਸ ਬ੍ਰਾਹਮਣ ਲੋਕਾਂ ਨੂੰ ਔਰ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕੀਤਾ, ਔਰ ਕਸ਼ਮੀਰ ਦੇ ਜਿਹੜੇ ਕਸ਼ਮੀਰੀ ਪੰਡਤ ਨੇ, ਜਦ ਗੱਲ ਉਹਨਾਂ ਤੱਕ ਆਈ ਕਿਉਂਕਿ ਉਹ ਕਾਰਨਰ ਸੀਗਾ, ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਅੱਗੇ ਜਾ ਕੇ ਰਿਕੁਐਸਟ ਕੀਤੀ ਕਿ ਇੱਦਾਂ ਸਾਡੇ ਨਾਲ ਕੀਤਾ ਜਾ ਰਿਹਾ ਹੈ, ਔਰ ਹੁਣ ਇਹ ਟਾਈਮ ਆ ਚੁੱਕਿਆ ਹੈ ਕਿ ਇੱਕ ਬਹੁਤ ਹੀ ਵੱਡੀ ਸ਼ਖਸੀਅਤ ਦੀ ਬਲੀਦਾਨ ਦੇਣਾ ਜ਼ਰੂਰੀ ਹੈ। ਤਾਂ ਗੁਰੂ ਪਾਤਸ਼ਾਹ 9 ਸਾਲ ਦੇ ਸੀਗੇ ਉਸ ਟਾਈਮ, 10ਵੇਂ ਪਾਤਸ਼ਾਹ, ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਬਲੀਦਾਨ ਕੌਣ ਦੇ ਸਕਦਾ ਹੈ। ਤਾਂ ਉਹ ਗੁਰੂ ਜਿਨ੍ਹਾਂ ਦੇ ਕਹਿਣ 'ਤੇ ਆਪਣੇ ਪਿਤਾ ਨੂੰ, ਜਿਨ੍ਹਾਂ ਨੇ ਇਹ ਗੱਲ 9 ਸਾਲ ਦੀ ਉਮਰ 'ਚ ਕਹਿਤੀ, ਔਰ ਉਹਨਾਂ ਦਾ ਫਿਰ ਜਿਹੜਾ ਹੈ ਸ਼ਹਾਦਤ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ 1675 ਈਸਵੀ ਦੇ ਵਿੱਚ। ਉਸ 1675 ਈਸਵੀ ਤੋਂ ਲੈ ਕੇ 1699 ਈਸਵੀ ਦੇ ਵਿੱਚ ਦਾ ਜੋ ਪੀਰੀਅਡ ਸੀਗਾ, ਜੋ ਗੁਰੂ ਪਾਤਸ਼ਾਹ ਬਚਪਨ ਤੋਂ ਜਵਾਨੀ ਤੱਕ ਦੇ ਵਿੱਚ ਸੀ, ਉਹਨਾਂ ਦਾ ਉਹ ਮੈਂਟਲ ਸਟੇਟਸ ਔਰ ਉਹ ਜੋ ਜ਼ੁਲਮ ਸੀਗੇ ਔਰੰਗਜ਼ੇਬ ਦੇ, ਜੋ ਸ਼ਹਾਦਤ ਦੇ ਟਾਈਮ ਅਸੀਂ ਦੇਖੇ ਹੈ, ਐਂਡ ਉਹ ਕਿਸ ਟਾਈਪ ਦੇ ਵਧੇ ਹੋਣਗੇ। ਔਰ ਗੁਰੂ ਪਾਤਸ਼ਾਹ ਨੇ ਉਸੇ ਟਾਈਮ ਆਪਣੀ ਪੜ੍ਹਾਈ ਲਿਖਾਈ, ਆਪਣੀ ਸਿੱਖਿਆ ਔਰ ਆਪਣੀ ਸ਼ਸਤਰ ਵਿੱਦਿਆ ਲਈ ਹੈ, ਔਰ ਆਪਣੀ ਆਰਮਡ ਫੋਰਸ ਤਿਆਰ ਕੀਤੀ ਹੈ, ਔਰ ਗੁਰੂ ਜੀ ਦਾ ਜੋ ਇੱਕ ਲੀਡਰਸ਼ਿਪ ਕੁਆਲਿਟੀ ਸੀ ਉਸੇ ਟਾਈਮ ਸਾਹਮਣੇ ਆਈ। ਉਹਨਾਂ ਨੇ ਕਿੰਨੀਆਂ ਕੋਸ਼ਿਸ਼ਾਂ ਕਰਕੇ ਆਪਣੀ ਆਰਮੀ ਬਣਾਈ ਹੋਏਗੀ, ਔਰ 1699 ਈਸਵੀ ਦੇ ਵਿੱਚ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਔਰ ਉਹਦੇ ਬਾਅਦ 'ਚ ਜੋ ਲੜਾਈਆਂ ਅਸੀਂ ਦੇਖੀਆਂ ਨੇ, ਤਾਂ ਉਹ ਚੀਜ਼ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਆਪਣਾ ਘਰ ਬਾਰ, ਆਪਣਾ ਸਭ ਕੁਝ, ਆਪਣੇ ਪੂਰਾ ਪਰਿਵਾਰ ਧਰਮ ਦੀ ਖਾਤਰ ਦਾਅਵ 'ਤੇ ਦੇ ਦਿੱਤਾ। ਇੱਕ ਅੱਜ ਮੈਂ ਸ਼ਬਦ ਸੁਣ ਰਹੀ ਸੀ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਤਾਂ ਜਦੋਂ ਭਾਈ ਦਇਆ ਸਿੰਘ ਨੇ ਉਹਨਾਂ ਨੂੰ ਕਿਹਾ
ਕਿ ਗੁਰੂ ਜੀ ਨੇ ਕਿਹਾ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਤਾਂ ਕਿ ਮੈਂ ਵੀ ਸਿੰਘ ਬਣਾ, ਕਿਉਂਕਿ ਗੁਰੂ ਜੀ ਨੇ ਇੱਕ ਇੱਦਾਂ ਦਾ ਇਕੱਠ ਕੀਤਾ ਸੀਗਾ ਜਿਸ ਵਿੱਚ ਜਾਤ ਪਾਤ ਨੂੰ ਨੋ ਕਿਹਾ ਗਿਆ ਸੀ ਕਿ ਜਿਹੜੇ ਵੀ ਅੰਮ੍ਰਿਤ ਛਕ ਕੇ ਸਿੰਘ ਲਿਖਣਗੇ ਆਪਣੇ ਨਾਮ ਦੇ ਅੱਗੇ, ਉਹ ਕਿਸੇ ਜਾਤ ਪਾਤ ਨੂੰ ਮੰਨਣਗੇ ਨਹੀਂ, ਉਹੀ ਖਾਲਸੇ ਹੋਣਗੇ। ਤਾਂ ਉਹ ਸਿੰਘ ਲਿਖਣ ਦੇ ਬਾਅਦ 'ਚ ਵੀ ਆਪਾਂ ਅੱਜ ਵੀ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ, ਅਸੀਂ ਬਹੁਤ ਕੁਝ ਕਰਦੇ ਹਾਂ, ਬਹੁਤ ਡਰਾਉਂਦੇ ਹਾਂ, ਅਸੀਂ ਬੜਾ ਨਾਮ ਲੈਂਦੇ ਹਾਂ ਬੰਦੂਕਾਂ ਫੜ ਕੇ ਕਿ ਅਸੀਂ ਸ਼ਹੀਦ ਹੋਣਾ ਹੈ, ਸ਼ਹੀਦ ਕਰਨਾ ਹੈ ਜੇ ਗੁਰੂ ਜੀ ਨੂੰ ਕਿਸੇ ਨੇ ਕੁਝ ਬੋਲ ਦਿੱਤਾ। ਪਰ ਕਿ ਅੱਜ ਵੀ ਅਸੀਂ ਉਹਨਾਂ ਦੇ ਕਹੀ ਹੋਈ ਪਹਿਲੀ ਗੱਲ 'ਤੇ ਚੱਲਦੇ ਹਾਂ ਕਿ ਅੱਜ ਅਸੀਂ ਆਪਣੇ ਨਾਮ ਸਿੰਘ ਦੇ ਬਾਅਦ 'ਚ ਗੋਤ ਜਾਂ ਆਪਣੀ ਜਾਤ ਨਹੀਂ ਲਿਖਦੇ ਕਿ ਸਾਡੀ ਜਾਤ ਤਾਂ ਗੁਰੂ ਹੈ, ਫਿਰ ਅਸੀਂ ਕੀ ਲਿਖਦੇ ਹਾਂ? ਅਸੀਂ ਨਹੀਂ ਮੰਨਦੇ। ਔਰ ਉਹਨਾਂ ਨੇ ਜਦੋਂ ਲੜਾਈਆਂ ਕਰਦੇ ਹੋਏ ਸਭ ਕੁਝ ਤਿਆਗ, ਸਭ ਕੁਝ ਖੋਤਾ, ਸਾਰਾ ਕੁਝ ਦਾਅ 'ਤੇ ਲਾਤਾ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ। ਗੁਰੂ ਸਾਹਿਬ ਨੇ ਜੋ ਪ੍ਰੋਮਿਸਿਸ ਕੀਤੇ ਸੀਗੀ ਕਿ ਦਾਨ ਤੇ ਨਾ ਦੇ ਸਕੂੰ ਭੇਟਾ ਮਨਜ਼ੂਰ ਕਰੋ, ਕਿ ਮੈਂ ਸਭ ਕੁਝ ਗੁਰੂ ਦੇ ਨਾਮ ਕੀਤਾ, ਧਰਮ ਦੇ ਨਾਮ ਤੇ ਕੀਤਾ ਕਿ ਮੈਨੂੰ ਇਨਸਾਫ ਚਾਹੀਦਾ ਹੈ, ਇਸ ਜ਼ੁਲਮ ਦੇ ਖਿਲਾਫ ਸਭ ਕੁਝ ਚਲਾ ਜਾਏਗਾ ਫਿਰ ਵੀ ਮੈਂ ਲੜਾਂਗਾ। ਔਰ ਉਹ ਲੜਦੇ ਹੋਏ ਇੱਕ ਟਾਈਮ ਇੱਦਾਂ ਦਾ ਆਇਆ ਕਿ ਉਹਨਾਂ ਨੂੰ ਆਪਣਾ ਸਭ ਕੁਝ ਛੱਡ ਕੇ ਦੱਖਣ ਦੇ ਵਿੱਚ ਆਉਣਾ ਪਿਆ। ਔਰ ਨਾਰਥ ਤੋਂ ਜਦ ਦੱਖਣ ਦਾ ਸਫ਼ਰ ਤੈਅ ਕਰਦੇ ਹੋਏ ਗੁਰੂ ਜੀ ਪੈਦਲ ਚੱਲ ਕੇ ਮਾਛੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਨੰਦੇੜ ਪਹੁੰਚੇ ਨੇ, ਉਸ ਟਾਈਮ ਪਠਾਨ ਉਹਨਾਂ ਨੂੰ ਨਹੀਂ ਫੜ ਸਕੇ, ਜਦ ਕਿ ਬਹੁਤ ਆਸਾਨ ਸੀਗਾ ਉੱਥੋਂ ਰਾਹ ਦੇ ਵਿੱਚ ਫੜਨਾ। ਅਗਰ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਤੇ ਇੰਨੇ ਦਿਨਾਂ ਦੇ ਸਫ਼ਰ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਫੜ ਸਕੇ? ਮੈਨੂੰ ਇੱਕ ਹੈਰਾਨਗੀ ਹੋਈ ਕਿ 1708 ਈਸਵੀ ਦੇ ਵਿੱਚ ਜਦੋਂ ਗੁਰੂ ਜੀ 'ਤੇ 2 ਪਠਾਣਾਂ ਨੇ ਅਟੈਕ ਕੀਤਾ ਜਦੋਂ ਸੁੱਤੇ ਹੋਏ ਸੀ, ਤਾਂ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਹੈ ਕਿ ਜਦ ਗੁਰੂ ਜੀ ਸੁੱਤੇ ਹੋਏ ਸੀ ਉਹਨਾਂ 'ਤੇ ਅਟੈਕ ਹੋਇਆ, ਔਰ ਉਸ ਟਾਈਮ ਉਹਨਾਂ ਦੇ ਸਿੰਘ ਕਿੱਥੇ ਸੀ? ਕਿਉਂਕਿ ਅਸੀਂ ਪੜ੍ਹਿਆ ਹੈ ਕਿ ਉਹਨਾਂ ਦੇ ਨਾਲ ਹੋਰ ਵੀ ਸਿੰਘ ਸੀਗੇ ਜੋ ਉਹਨਾਂ ਦੇ ਨਾਲ ਗਏ, ਉਹਨਾਂ ਨੂੰ ਲੱਭਦੇ ਹੋਏ ਨੰਦੇੜ ਪਹੁੰਚੇ। ਅਤੇ ਪਠਾਣਾਂ ਨੂੰ ਜਾਂ ਮੁਗਲਾਂ ਨੂੰ ਇਹ ਕਿੱਦਾਂ ਪਤਾ ਚੱਲਿਆ ਕਿ ਗੁਰੂ ਜੀ ਇਸ ਟਾਈਮ ਇੱਥੇ ਨੇ ਔਰ ਇਸ ਟਾਈਮ ਉਹ ਸੌਂਦੇ ਨੇ? ਇਹ ਤਾਂ ਉਹਨਾਂ ਦੇ ਬਹੁਤ ਹੀ ਨਜ਼ਦੀਕ ਵਾਲੇ ਲੋਕਾਂ ਨੂੰ, ਉਹਨਾਂ ਦੇ ਜੋ ਬੋਡੀ ਗਾਰਡ ਸੀਗੇ, ਜੋ ਬਹੁਤ ਹੀ ਵਿਸ਼ਵਾਸ ਲਾਇਕ ਜੋ ਸਿੰਘ ਸੀਗੇ, ਉਹਨਾਂ ਨੂੰ ਹੀ ਪਤਾ ਹੋ ਸਕਦੀ ਹੈ ਉਹ ਗੱਲ। ਤਾਂ ਉਹਨਾਂ ਨੂੰ ਇਹ ਗੱਲ ਪਠਾਣਾ ਤੱਕ ਕਿੰਨੇ ਪਹੁੰਚਾਈ? ਔਰ ਗੁਰੂ ਜੀ ਨੂੰ ਜਦੋਂ ਕਤਲ ਕੀਤਾ ਗਿਆ, ਗੁਰੂ ਜੀ 'ਤੇ ਜਦੋਂ ਅਟੈਕ ਕੀਤਾ ਗਿਆ, ਕਿ ਹੋਰ ਵੀ ਸਿੰਘ ਉੱਥੇ ਘਾਇਲ ਹੋਏ, ਉਹਨਾਂ ਦੀ ਵੀ ਉੱਥੇ ਮਤਲਬ ਕਿ ਲੜਾਈ 'ਚ ਸ਼ਹੀਦ ਹੋਏ ਉਹਨਾਂ ਨੂੰ ਬਚਾਉਣ ਦੇ ਵਕਤ ਟਾਈਮ, ਜਾਂ ਨਹੀਂ ਹੋਏ? ਮੈਨੂੰ ਉਹ ਇਨਫੋਰਮੇਸ਼ਨ ਚਾਹੀਦੀ ਹੈ ਕਿਉਂਕਿ ਮੇਰੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੈ ਔਰ ਮੇਰੇ ਦਿਮਾਗ ਦੇ ਵਿੱਚ ਉਹ ਲਗਾਤਾਰ ਗੱਲ ਘੁੰਮ ਰਹੀ ਹੈ। ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਵਿਊਜ਼ ਮੇਰੇ ਨਾਲ ਸ਼ੇਅਰ ਕਰੋ ਕਿ ਗੁਰੂ ਜੀ ਜਦ ਸੁੱਤੇ ਹੋਏ ਸੀ ਅਤੇ ਉਹਨਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਸੀ। ਉਹ ਸਾਡੇ ਲੀਡਰ ਸੀਗੇ, ਸਾਡੇ ਗੁਰੂ ਸੀਗੇ, ਜਿਨ੍ਹਾਂ ਨੂੰ ਅਸੀਂ ਇੱਕ ਪ੍ਰਿਓਰਿਟੀ ਦਿੱਤੀ ਸੀ ਲਾਈਫ ਦੇ ਵਿੱਚ, ਜਿਨ੍ਹਾਂ ਨੇ ਆਪਣਾ ਸਰਬੰਸ਼ ਦਾਨ ਕਰਤਾ ਸੀ। ਕਿ ਉਸ ਟਾਈਮ ਇੱਦਾਂ ਹੋਇਆ ਕਿ ਗੁਰੂ ਜੀ ਕੋਲ ਉਸ ਟਾਈਮ ਦੇਣ ਵਾਸਤੇ ਤਨਖਾਹਾਂ ਨਹੀਂ ਸੀ, ਤਾਂ ਉਸ ਸਿੰਘਾਂ ਨੇ ਪੈਸੇ ਦੀ ਖਾਤਰ ਪਠਾਣਾਂ ਨਾਲ ਜਾਂ ਹਕੂਮਤ ਨਾਲ ਮਿਲ ਕੇ ਗੁਰੂ ਜੀ 'ਤੇ ਅਟੈਕ ਕਰਵਾਇਆ। ਬਹੁਤ ਵੱਡੀ ਪੋਸੀਬਿਲਿਟੀ ਇਹ ਹੋ ਸਕਦੀ ਹੈ ਕਿਉਂਕਿ ਮੇਰੀ ਸੋਚ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੈ। ਤਾਂ ਜਦੋਂ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਗੁਰੂ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਯਾਦਾਸ਼ਤ ਬਣਾਵਾਂਗਾ ਗੁਰਦੁਆਰਿਆਂ ਦੇ ਰੂਪ 'ਚ, ਤਾਂ ਉਹਨਾਂ ਨੇ ਮਨਾ ਕੀਤਾ ਸੀ ਕਿ ਤੂੰ ਨਾ ਬਣਾਈ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਬਾਗੀ ਲੋਕ ਹੈਗੇ ਨੇ ਜੋ ਕਿ ਅੱਜ ਅਸੀਂ ਪ੍ਰੈਜ਼ੈਂਟ ਦੇਖ ਰਹੇ ਹਾਂ, ਗੁਰੂ ਦੇ ਨਾਮ ਨੂੰ ਵੇਚ ਕੇ, ਗੁਰੂ ਦੇ ਨਾਮ ਨੂੰ ਇਸਤੇਮਾਲ ਕਰਕੇ ਆਪਣੇ ਪਰਸਨਲ ਬੈਨੀਫਿਟਸ ਪੂਰੇ ਕੀਤੇ ਜਾ ਰਹੇ ਨੇ। ਗੁਰੂ ਜੀ ਦੇ ਉਹ ਇਤਿਹਾਸ ਜਿਸ ਵਿੱਚ ਇੱਕ ਸ਼ਹੀਦ ਪਰਿਵਾਰ ਹੈ ਜਿਹਨੇ ਸਭ ਕੁਝ ਦਾਅ 'ਤੇ ਲਗਾ ਦਿੱਤਾ, ਜਿਨ੍ਹਾਂ ਦਾ ਸਾਥ ਵੀ ਦਿੱਤਾ, ਜਿਨ੍ਹਾਂ ਨੇ ਆਰਮਡ ਫੋਰਸ ਬਣਾਈ, ਜੋ ਕਿ ਅਸੀਂ ਇੱਕ ਐਕਚੁਅਲੀ ਵਾਰੀਅਰ ਹਾਂ। ਅਤੇ ਉਹ ਇਨਸਾਨ ਜੋ ਦੂਜਿਆਂ ਦੇ ਹੱਕਾਂ ਨੂੰ ਬਚਾਉਣ ਲਈ ਇੱਕ ਨਵੇਂ ਧਰਮ ਦੀ ਸਥਾਪਨਾ, ਇੱਕ ਨਵੀਂ ਸੋਚ ਦੀ ਸਥਾਪਨਾ ਕਰਨ ਦੀ ਹਿੰਮਤ ਰੱਖਦਾ ਹੈ, ਤਾਂ ਉਹ ਚੀਜ਼ਾਂ ਨਹੀਂ ਕਰ ਸਕਦਾ ਜੋ ਕਿ ਕੁਝ ਗ੍ਰੰਥਾਂ 'ਚ, ਜੋ ਕਿਤਾਬਾਂ 'ਚ ਲਿਖਿਆ ਗਿਆ ਹੈ, ਉਹ ਵਿਸ਼ਵਾਸ ਕਰਨ ਦੇ ਲਾਇਕ ਨਹੀਂ। ਐਂਡ ਉਹਨਾਂ ਦਾ ਜੋ ਆਖਰੀ ਟਾਈਮ ਸੀਗਾ ਜਦੋਂ ਉਹਨਾਂ 'ਤੇ ਅਟੈਕ ਹੋਇਆ, ਕਿ ਉਹ ਅਟੈਕ ਵੀ ਕਿਸੇ ਦੇ ਕਹਿਣ 'ਤੇ ਹੋਇਆ, ਕਿ ਜਿੱਦਾਂ ਬਾਕੀ ਅਟੈਕਸ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਇੱਕ ਦੂਜੇ ਦੀ ਇਨਫੋਰਮੇਸ਼ਨ ਨਾਲ ਐਂਡ ਜੋ ਕਿ ਆਪਸ ਵਿੱਚ
ਮਿਲ ਕੇ ਪਲਾਨ ਕੀਤੇ ਜਾਂਦੇ ਨੇ ਕਿ ਗੁਰੂ ਜੀ 'ਤੇ ਜੋ ਅਟੈਕ ਹੋਇਆ ਉਹ ਵੀ ਪਲਾਨਡ ਸੀਗਾ। ਉਹ 'ਚ ਵੀ ਕਿਸੇ ਦਾ ਹੱਥ ਸੀਗਾ ਜੋ ਉਸ ਟਾਈਮ ਗੁਰੂ ਦੇ ਸਿੰਘ ਸੀਗੇ, ਕਿਉਂਕਿ ਇੰਨੇ ਦਿਨਾਂ ਦਾ ਸਫ਼ਰ 'ਚ ਜਦ ਗੁਰੂ ਜੀ ਨੂੰ ਮੁਗਲ ਨਹੀਂ ਲੱਭ ਸਕੇ ਤਾਂ ਓਨਾ ਲੰਬਾ ਸਫ਼ਰ ਕਰਕੇ ਜਦੋਂ ਗੁਰੂ ਤੱਕ ਪਹੁੰਚਦੇ ਨੇ, ਰਾਤ ਦੇ ਹਨੇਰੇ 'ਚ ਜਦੋਂ ਸੁੱਤੇ ਹੋਏ ਬੀਆਬਾਨ ਜੰਗਲ ਦੇ ਵਿੱਚ, ਜਿੱਥੇ ਇੱਕ ਕਦਮ ਰੱਖਣ ਨਾਲ ਵੀ ਸਾਊਂਡ ਆਉਂਦਾ ਹੋਏਗਾ, ਔਰ ਉਹ ਸਾਊਂਡ ਵੀ ਕਿਸੇ ਨੂੰ ਸੁਣਾਈ ਨਹੀਂ ਦਿੱਤਾ, ਔਰ ਇੰਨੀ ਖਾਮੋਸ਼ੀ ਦੇ ਵਿੱਚ ਲੋਕ ਸੁੱਤੇ ਹੋਏ ਸੀ, ਆਪਣੇ ਗੁਰੂ ਦੀ ਰਾਖੀ ਕਰਨ ਵਾਲਾ ਵੀ ਕੋਈ ਨਹੀਂ ਸੀ, ਕਿ ਉਸ ਟਾਈਮ ਗੁਰੂ ਜੀ ਦੇ ਅਟੈਕ ਕਰਵਾਉਣ ਵਾਲੇ ਉਹਨਾਂ ਦੇ ਸਿੰਘ ਮਿਲੇ ਹੋਏ ਸੀ ਆਪਸ ਵਿੱਚ। ਮੈਨੂੰ ਨਹੀਂ ਪਤਾ, ਬਟ ਮੇਰੀ ਫੀਲਿੰਗ ਇਹ ਹੋ ਰਹੀ ਹੈ ਕਿ ਇੱਦਾਂ ਬੇਚੈਨੀ, ਮਤਲਬ ਕਿ ਕੋਈ ਘੋੜੇ ਵੇਚ ਕੇ ਕਿੱਦਾਂ ਸੋ ਸਕਦਾ ਹੈ। ਗੁਰੂ ਤਾਂ ਆਪਣੇ ਹੱਥ 'ਚ ਹਮੇਸ਼ਾ ਤਲਵਾਰ ਰੱਖਦੇ ਸੀਗੇ। ਕਿ ਉਹ ਬਿਮਾਰ ਸੀਗੇ, ਜਾਂ ਉਹਨਾਂ ਨੂੰ ਇੱਦਾਂ ਦੀ ਕੀ ਪ੍ਰੋਬਲਮ ਸੀ ਕਿ ਉਹਨਾਂ ਨੂੰ ਆਵਾਜ਼ ਸੁਣਾਈ ਨਹੀਂ ਦਿੱਤੀ ਕਿ ਉਹਨਾਂ 'ਤੇ ਅਟੈਕ ਹੋ ਸਕਦਾ ਹੈ। ਉਸ ਟਾਈਮ ਤਾਂ ਉਹ ਬਹੁਤ ਅਲਰਟ ਹੋਣੇ ਚਾਹੀਦੇ ਨੇ, ਕਿ ਉਸ ਟਾਈਮ ਉਹਨਾਂ ਨੂੰ ਇਹ ਚੀਜ਼ ਪਤਾ ਚੱਲ ਚੁੱਕੀ ਸੀ ਕਿ ਮੇਰੇ ਆਪਣੇ ਹੀ ਬੰਦੇ ਮੇਰੇ ਦੁਸ਼ਮਣਾਂ ਨਾਲ ਮਿਲੇ ਹੋਏ ਨੇ। ਤਾਂ ਹੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਹਨਾਂ ਦੀਆਂ ਨਿਸ਼ਾਨੀਆਂ ਬਣਾਉਣ ਤੋਂ ਰੋਕਿਆ। ਕੀ ਇਹ ਸੱਚ ਹੈ? ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਹੈਲਦੀ ਕਮੈਂਟਸ ਥੱਲੇ ਲਿਖ ਕੇ ਆਪਾਂ ਇਹ ਡਿਸਕਸ਼ਨ ਕਰੀਏ, ਤਾਂ ਕਿ ਮੇਰੇ ਵਰਗੇ ਹੋਰ ਲੋਕ ਨੇ ਜਿਨ੍ਹਾਂ ਨੂੰ ਕੁਛ ਡਾਊਟਸ ਨੇ ਤਾਂ ਉਹ ਕਲੀਅਰ ਕਰ ਸਕਣ। ਐਂਡ ਜੋ ਇਨਕਲੀਨੇਸ਼ਨ ਹੈ ਟੂਵਰਡਸ ਹਿਸਟਰੀ ਸਾਡੀ, ਤਾਂ ਉਹ ਹੋਰ ਅੱਗੇ ਵਧੇ, ਇੱਕ ਹੋਰ ਅਗਲੇ ਸਟੈਪ 'ਤੇ ਜਾਵੇ। ਤਾਂ ਹੌਲੀ ਹੌਲੀ ਅਸੀਂ ਇਹ ਖੁਦ ਹੀ ਰਿਸਰਚ ਕਰਦੇ ਹਾਂ ਕਿ ਐਕਚੁਅਲੀ ਇਤਿਹਾਸ ਕੀ ਸੀ। ਅੱਜ ਦਾ ਇਤਿਹਾਸ ਵਿਸ਼ਵਾਸ ਕਰਨ ਲਾਇਕ ਨਹੀਂ, ਪਰ ਅਸੀਂ ਉਹ ਲੋਕਾਂ ਨੂੰ ਮੈਂ ਕਨੈਕਟਡ ਹੋ ਰਹੀ ਹਾਂ ਜਿਨ੍ਹਾਂ ਨੇ ਰਿਸਰਚ ਕੀਤੀਆਂ ਨੇ ਇੱਕ ਇੱਕ ਚੀਜ਼ 'ਤੇ, ਜਿਨ੍ਹਾਂ ਨੂੰ ਸਭ ਕੁਝ ਪਤਾ ਹੈ। ਤਾਂ ਮੈਂ ਚਾਹੁੰਦੀ ਹਾਂ ਕਿ ਉਹ ਲੋਕ ਕਮੈਂਟ ਕਰਨ, ਮੇਰੇ ਡਾਊਟ ਦੂਰ ਕਰਨ, ਕਿਉਂਕਿ ਐਕਸਪਲੇਨ ਕਰਨ ਨਾਲ, ਇੱਕ ਦੂਜੇ ਨਾਲ ਗੱਲਬਾਤ ਕਰਨ ਨਾਲ ਬਹੁਤ ਕੁਝ ਸੋਲਵ ਹੁੰਦਾ ਹੈ। ਤਾਂ ਅੱਜ ਦੀ ਵੀਡੀਓ ਇੱਥੇ ਹੀ ਖ਼ਤਮ ਕਰਦੇ ਹਾਂ। ਥੈਂਕ ਯੂ ਫॉर ਵਾਚਿੰਗ, ਕੀਪ ਔਨ ਵਾਚਿੰਗ, ਸਟੇ ਬਲੈਸਡ।